ਵੈਲਕਮ ਟੂ ਐਕਸੀਲਰੇਟਰ ਕਲਾਸਿਸ। ਜਿਵੇਂ ਕਿ ਅਸੀਂ ਲਾਸਟ ਕਲਾਸ ਦੇ ਵਿੱਚ ਹਿਊਮਨ ਆਈ ਦੇ ਬਾਰੇ ਡਿਸਕਸ ਕੀਤਾ, ਅੱਜ ਅਸੀਂ ਹਿਊਮਨ ਆਈ ਦੇ ਨਾਲ ਰਿਲੇਟਡ ਕੁਝ ਟਰਮਸ ਦੇਖਾਂਗੇ ਤੇ ਬਾਅਦ ਵਿੱਚ ਅਸੀਂ ਦੇਖਾਂਗੇ ਕਿ ਹਿਊਮਨ ਆਈ ਦੇ ਕੀ ਡਿਫੈਕਟ ਹੁੰਦੇ ਨੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਨੀਅਰ ਪੁਆਇੰਟ। ਨੀਅਰ ਪੁਆਇੰਟ ਮਤਲਬ ਨੇੜੇ ਵਾਲਾ ਪੁਆਇੰਟ। ਹਿਊਮਨ ਆਈ ਜਿਹੜੀ ਆ ਸਾਡੀ, ਉਹਦੇ ਵਿੱਚ ਨੀਅਰ ਪੁਆਇੰਟ ਅਸੀਂ ਉਸ ਜਗ੍ਹਾ ਨੂੰ ਕਹਿੰਦੇ ਆ ਕਿ ਜਿੱਥੋਂ ਤੱਕ ਅਸੀਂ ਕੀ ਆ ਉਹ ਲੀਸਟ ਡਿਸਟੈਂਸ, ਘੱਟ ਤੋਂ ਘੱਟ ਉਹ ਡਿਸਟੈਂਸ ਜਿੱਥੇ ਅਸੀਂ ਕਲੀਅਰ ਦੇਖ ਸਕਦੇ ਹਾਂ। ਜਿਵੇਂ ਮੰਨ ਲਓ ਕਿ ਸਾਡੇ ਕੋਲੋਂ ਇੱਥੇ ਕੋਈ ਕੀ ਆ, ਇੱਕ ਹਿਊਮਨ ਆਈ ਆ ਤੇ ਇੱਥੇ ਕੋਈ ਆਬਜੈਕਟ ਪਿਆ ਹੋਇਆ, ਅਸੀਂ ਕਹਿੰਦੇ ਹਾਂ ਕਿ ਲੈਟਸ ਸੇ ਆਬਜੈਕਟ OY। ਹੁਣ ਦੇਖੋ ਕਿ ਜੇਕਰ ਅਸੀਂ ਇਸ ਆਬਜੈਕਟ ਨੂੰ ਲਾਗੇ ਲੈ ਕੇ ਜਾਵਾਂਗੇ ਤੇ ਸਾਨੂੰ ਸਾਡੇ ਜਿਹੜੇ ਆ ਸਲੇਰੀ ਮਸਲਸ ਕੀ ਕਰਨਗੇ, ਇਸ ਕਨਵੈਕਸ ਲੈਂਸ ਦੇ ਉੱਪਰ ਦਬਾਅ ਬਣਾਉਣਗੇ ਤੇ ਸਾਡੇ ਕੀ ਹੋਏਗੀ, ਸਟ੍ਰੇਨ ਹੋਏਗੀ, ਦਰਦ ਹੋਣੀ ਸਟਾਰਟ ਹੋ ਜਾਏਗੀ। ਸੋ ਇਸ ਡਿਸਟੈਂਸ ਜਾਂ ਨੀਅਰ ਪੁਆਇੰਟ ਉਹ ਚੀਜ਼ ਆ ਕਿ ਉਹ ਘੱਟ ਤੋਂ ਘੱਟ ਡਿਸਟੈਂਸ ਆਬਜੈਕਟ ਦੀ ਜਿੱਥੇ ਅਸੀਂ ਉਹਨੂੰ ਕੀ ਆ ਕਲੀਅਰ ਦੇਖ ਸਕਦੇ ਹਾਂ। ਤੇ ਇੱਕ ਜਿਹੜੀ ਨੈਚੁਰਲ ਹਿਊਮਨ ਆਈ ਵਾਸਤੇ ਨੀਅਰ ਪੁਆਇੰਟ ਕਿੰਨਾ ਹੁੰਦਾ ਵਾ, 25 ਸੈਂਟੀਮੀਟਰ। ਮੈਂ ਇਹਨੂੰ ਦੁਬਾਰਾ ਦੱਸਦਾ। ਜਿਵੇਂ ਦੇਖੋ ਮੇਰੇ ਹੱਥ ਦੇ ਵਿੱਚ ਇੱਕ ਮਾਰਕਰ ਵਾ ਤੇ ਇਹ ਮਾਰਕਰ ਜੇਕਰ ਘੱਟ ਤੋਂ ਘੱਟ 25 ਸੈਂਟੀਮੀਟਰ ਦੂਰ ਰਹੇਗਾ ਤੇ ਮੇਰੀ ਜਿਹੜੀ ਹਿਊਮਨ ਆਈ ਆ ਉਹ ਰਿਲੈਕਸ ਰਹੇਗੀ। ਪਰ ਜਿਵੇਂ ਜਿਵੇਂ ਇਹਨੂੰ ਮੈਂ ਲਾਗੇ ਲੈ ਕੇ ਆਵਾਂਗਾ ਕੀ ਹੋਏਗਾ, ਮੇਰੇ ਸਿਰ ਦੇ ਵਿੱਚ ਦਰਦ ਹੋਣਾ ਸਟਾਰਟ ਹੋ ਜਾਏਗੀ, ਮੇਰੀਆਂ ਅੱਖਾਂ ਵੀ ਦਰਦ ਹੋਣੀਆਂ ਸਟਾਰਟ ਹੋ ਜਾਣਗੀਆਂ। ਅਸੀਂ ਕਹਿੰਦੇ ਹਾਂ ਕਿ ਸਟ੍ਰੇਨ ਸਟਾਰਟ ਹੋ ਜਾਂਦੀ ਆ। ਸੋ 25 ਸੈਂਟੀਮੀਟਰ ਉਹ ਘੱਟ ਤੋਂ ਘੱਟ ਡਿਸਟੈਂਸ ਆ ਜਿੱਥੇ ਅਸੀਂ ਕੀ ਆ ਕਲੀਅਰ ਦੇਖ ਪਾਉਂਦੇ ਆ। ਤੇ ਇਹਦੇ ਤੋਂ ਅੰਦਰ ਅਸੀਂ ਕੀ ਆ ਕਲੀਅਰ ਨਹੀਂ ਦੇਖ ਪਾਉਂਦੇ। ਸਾਡੇ ਕੀ ਆ ਮਸਲਸ ਜਿਹੜੇ ਆ ਜਾਂ ਲੈਂਸ ਜਿਹੜਾ ਹੈ ਉਹਦੀ ਪਾਵਰ ਵੱਧਦੀ ਆ ਤੇ ਉਹ ਸਾਨੂੰ ਕੀ ਆ ਸਾਡੇ ਸਿਰ ਦੇ ਵਿੱਚ ਦਰਦ ਪੈਦਾ ਕਰ ਦਿੰਦੀ ਆ। ਹੁਣ ਇਸ ਤੋਂ ਅੱਗੇ ਗੱਲ ਕਰੀਏ ਫਾਰ ਪੁਆਇੰਟ। ਫਾਰ ਪੁਆਇੰਟ ਕੀ ਬਣੇਗਾ ਕਿ ਮਨੁੱਖੀ ਅੱਖ ਵੱਧ ਤੋਂ ਵੱਧ ਕਿੰਨੀ ਦੂਰ ਦੇਖ ਸਕਦੀ ਆ। ਤੇ ਸਾਡਾ ਜਿਹੜਾ ਫਾਰ ਪੁਆਇੰਟ ਆ ਉਹ ਕਿੰਨਾ ਹੈ, ਅਸੀਂ ਕਿੱਥੋਂ ਦੇਖ ਸਕਦੇ ਹਾਂ, ਅਸੀਂ ਰਾਤ ਨੂੰ ਚੰਦ ਤਾਰੇ ਵੀ ਦੇਖ ਸਕਦੇ ਹਾਂ। ਸਾਡਾ ਫਾਰ ਪੁਆਇੰਟ ਕੀ ਆ, ਇਨਫਿਨਿਟੀ ਆ। ਸੋ ਇਹ ਗੱਲ ਯਾਦ ਰੱਖਣਾ ਕਿ ਸਾਡਾ ਨੀਅਰ ਪੁਆਇੰਟ ਤੇ ਫਾਰ ਪੁਆਇੰਟ ਕੀ ਆ। ਨੀਅਰ ਪੁਆਇੰਟ ਅਸੀਂ ਕਹਿੰਦੇ ਆ 25 ਸੈਂਟੀਮੀਟਰ ਆ ਕਿ ਇਹ 25 ਸੈਂਟੀਮੀਟਰ ਤੋਂ ਜੇਕਰ ਅਸੀਂ ਨੀਚੇ ਅੰਦਰ ਦੇਖਾਂਗੇ ਤਾਂ ਸਾਡੀ ਅੱਖਾਂ ਦੇ ਵਿੱਚ ਦਰਦ ਹੋਏਗੀ। 25 ਸੈਂਟੀਮੀਟਰ ਤੱਕ ਅਸੀਂ ਰਿਲੈਕਸ ਦੇਖ ਸਕਦੇ ਹਾਂ। ਸੋ ਸਾਡਾ ਕੀ ਆ, ਇਹ ਲੀਸਟ ਡਿਸਟੈਂਸ ਆਫ ਡਿਸਟਿੰਕਟ ਵਿਜ਼ਨ ਵੀ ਅਸੀਂ ਇਹਨੂੰ ਬੋਲਦੇ ਹਾਂ। ਤੇ ਫਾਰ ਪੁਆਇੰਟ ਕੀ ਆ, ਉਹ ਵੱਧ ਤੋਂ ਵੱਧ ਡਿਸਟੈਂਸ ਜਿੱਥੇ ਕੀ ਆ ਇੱਕ ਤੰਦਰੁਸਤ ਮਨੁੱਖੀ ਅੱਖ ਦੇਖ ਸਕਦੀ ਆ ਤੇ ਅਸੀਂ ਇਹਨੂੰ ਕੀ ਕਹਿੰਦੇ ਆ, ਫਾਰ ਪੁਆਇੰਟ। ਹੁਣ ਇਹਦੇ ਵਿੱਚ ਅਸੀਂ ਇੱਕ ਟਰਮ ਹੋਰ ਇੰਟਰੋਡਿਊਸ ਕਰਦੇ ਹਾਂ, ਰੇਂਜ ਆਫ ਵਿਜ਼ਨ। ਸਾਡੇ ਕੋਲੋਂ ਤੀਜੀ ਚੀਜ਼ ਆ ਰੇਂਜ ਆਫ ਵਿਜ਼ਨ। ਰੇਂਜ ਆਫ ਵਿਜ਼ਨ ਕੀ ਬਣੇਗੀ, ਰੇਂਜ ਆਫ ਵਿਜ਼ਨ ਦਾ ਮਤਲਬ ਕਿ ਤੁਸੀਂ ਕਿੱਥੋਂ ਲੈ ਕੇ ਕਿੱਥੋਂ ਤੱਕ ਵੇਖ ਸਕਦੇ ਜੋ। ਤੇ ਰੇਂਜ ਆਫ ਵਿਜ਼ਨ ਕੀ ਆ, ਇਟ ਇਜ਼ ਦਾ ਡਿਸਟੈਂਸ ਬਿਟਵੀਨ ਨੀਅਰ ਪੁਆਇੰਟ ਐਂਡ ਫਾਰ ਪੁਆਇੰਟ। ਤੇ ਮੈਂ ਇਸ ਤਰ੍ਹਾਂ ਕਹਾਂ, ਮੈਂ ਇਸ ਤਰ੍ਹਾਂ ਵੀ ਲਿਖ ਲੈਣਾ ਕਿ ਇਟ ਇਜ਼ ਦਾ ਡਿਸਟੈਂਸ ਬਿਟਵੀਨ ਦਾ ਨੀਅਰ ਪੁਆਇੰਟ ਐਂਡ ਫਾਰ ਪੁਆਇੰਟ। ਤੇ ਜਾਂ ਮੈਂ ਇੱਕ ਤੰਦਰੁਸਤ ਮਨੁੱਖੀ ਅੱਖ ਦੀ ਗੱਲ ਕਰਾਂ 25 ਸੈਂਟੀਮੀਟਰ ਤੋਂ ਇਨਫਿਨਿਟੀ ਤੱਕ, ਇਹ ਸਾਡੀ ਕੀ ਆ ਇੱਕ ਤੰਦਰੁਸਤ ਮਨੁੱਖੀ ਅੱਖ ਦੀ ਰੇਂਜ ਆਫ ਵਿਜ਼ਨ ਆ। ਡਿਫੈਕਟ ਆਫ ਆਈ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਮਾਇਓਪੀਆ। ਇੱਥੇ ਅਸੀਂ ਜਿਹੜੀ ਗੱਲ ਕਰ ਰਹੇ ਹਾਂ, ਅਸੀਂ ਕਹਿ ਰਹੇ ਹਾਂ ਡਿਫੈਕਟ ਆਫ ਆਈ। ਅਸੀਂ ਇਸ ਤਰੀਕੇ ਨਾਲ ਨਹੀਂ ਕਹਿ ਰਹੇ ਕਿ ਦਿਸ ਇਜ਼ ਦਾ ਡਿਜ਼ੀਜ਼ ਆਫ ਆਈ। ਅਸੀਂ ਇੱਥੇ ਸਿਰਫ ਵਰਡ ਯੂਜ਼ ਕਰਾਂਗੇ ਡਿਫੈਕਟ ਆਫ ਆਈ। ਸੋ ਗੱਲ ਕਰਦੇ ਹਾਂ ਸਭ ਤੋਂ ਪਹਿਲੇ ਡਿਫੈਕਟ ਦੀ ਮਾਇਓਪੀਆ। ਤੇ ਮਾਇਓਪੀਆ ਦੇ ਵਿੱਚ ਕੀ ਆ, ਸਾਨੂੰ ਦੂਰ ਦੀਆਂ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ ਕਲੀਅਰ, ਤੇ ਨੇੜੇ ਦੀਆਂ ਚੀਜ਼ਾਂ ਆਮ ਤੌਰ ਤੇ ਸਾਨੂੰ ਕੀ ਆ ਕਲੀਅਰ ਨਜ਼ਰ ਆਉਂਦੀਆਂ ਵਾ। ਅਸੀਂ ਇਸ ਦਾ ਕਾਰਨ ਜਾਣਦੇ ਹਾਂ। ਅਸੀਂ ਜਿਹੜਾ ਇੱਥੇ ਕਾਰਨ ਜਾਣਨਾ ਹੈ, ਅਸੀਂ ਕੀ ਆ ਸਿਰਫ ਆਪਟਿਕਸ ਦੇ ਨਾਲ ਰਿਲੇਟਡ ਜਾਣਨਾ ਹੈ। ਵੈਸੇ ਇਸ ਦੇ ਕਾਰਨ ਕੀ ਆ, ਬਹੁਤ ਸਾਰੇ ਬਾਇਓਲੋਜੀਕਲ ਕਾਰਨ, ਮੈਡੀਕਲ ਕਾਰਨ ਵੀ ਹੋ ਸਕਦੇ ਆ, ਪਰ ਅਸੀਂ ਇੱਥੇ ਆਪਟੀਕਲ ਕਾਰਨ ਮਤਲਬ ਲਾਈਟ ਦੇ ਨਾਲ ਸੰਬੰਧਿਤ ਕਾਰਨ ਜਾਂ ਲਾਈਟ ਦੇ ਨਾਲ ਸੰਬੰਧਿਤ ਜਿੰਨਾ ਕੁ ਇਸ਼ੂ ਆ ਉਹਨਾਂ ਕੁ ਹੀ ਡਿਸਕਸ ਕਰਨਾ ਵਾ। ਸੋ ਜੇਕਰ ਅਸੀਂ ਇੱਕ ਨਾਰਮਲ ਹਿਊਮਨ ਆਈ ਦੀ ਗੱਲ ਕਰੀਏ ਤਾਂ ਮੰਨ ਲਓ ਕਿ ਇੱਥੇ ਮੈਂ ਕੀ ਆ ਇੱਕ ਨਾਰਮਲ ਹਿਊਮਨ ਆਈ ਬਣਾਈ ਆ ਤੇ ਉਹਦਾ ਕੀ ਆ ਇੱਕ ਲੈਂਸ ਆ। ਤੇ ਹੁਣ ਜਿਹੜਾ ਆਬਜੈਕਟ ਇਨਫਿਨਿਟੀ ਤੇ ਪਿਆ ਹੋਇਆ ਹੈ ਤੇ ਉੱਥੋਂ ਆਉਣ ਵਾਲੀਆਂ ਰੇਜ਼ ਕੀ ਆ, ਪੈਰਲਲ ਮੰਨੀਆਂ ਜਾਂਦੀਆਂ ਨੇ। ਇਹ ਦੋਨੋਂ ਰੇਜ਼ ਪੈਰਲਲ ਆਈਆਂ ਤੇ ਇਸ ਲੈਂਸ ਦੇ ਵਿੱਚੋਂ ਨਿਕਲ ਕੇ ਇਹ ਰੈਟੀਨਾ ਦੇ ਉੱਪਰ ਮਿਲ ਗਈਆਂ। ਤੇ ਅਸੀਂ ਇੱਥੇ ਵਰਡ ਕੀ ਯੂਜ਼ ਕਰਦੇ ਹਾਂ ਕਿ ਇਮੇਜ ਕਿੱਥੇ ਬਣ ਗਿਆ, ਰੈਟੀਨਾ ਦੇ ਉੱਪਰ ਬਣ ਗਿਆ। ਜੇਕਰ ਮੈਂ ਇਸ ਤਰੀਕੇ ਨਾਲ ਕਹਾਂ ਕਿ ਮੰਨ ਲਓ ਇਹ ਵਾਲੀਆਂ ਰੇਜ਼ ਇਸੇ ਤਰੀਕੇ ਨਾਲ ਜੇਕਰ ਸਿੱਧਾ ਜਾਂਦੀਆਂ ਤੇ ਇਸ ਲੈਂਸ ਨੇ ਇਹਨਾਂ ਨੂੰ ਕਿੰਨਾ ਬੈਂਡ ਕੀਤਾ, 15 ਡਿਗਰੀ ਬੈਂਡ ਕਰ ਦਿੱਤਾ। ਮੈਂ ਸਿਰਫ ਉਦਾਹਰਨ ਦੇ ਤੌਰ ਤੇ ਹੀ ਕਹਿ ਰਿਹਾ ਵਾਂ ਕਿ ਮੰਨ ਲਓ ਲੈਂਸ ਨੇ ਕੀ ਕੀਤਾ, ਰੇ ਨੂੰ 15 ਡਿਗਰੀ ਬੈਂਡ ਕਰ ਦਿੱਤਾ। ਪਰ ਜਿਹੜੀ ਸਾਡੀ ਮਾਇਓਪਿਕ ਆਈ ਹੁੰਦੀ ਆ ਇਹਦੇ ਵਿੱਚ ਕੀ ਹੁੰਦਾ ਵਾ, ਅਸੀਂ ਦੇਖਦੇ ਹਾਂ ਕਿ ਜਦੋਂ ਆਬਜੈਕਟ ਇਨਫਿਨਿਟੀ ਤੇ ਹੁੰਦਾ ਵਾ ਤੇ ਉੱਥੋਂ ਆਉਣ ਵਾਲੀਆਂ ਜਿਹੜੀਆਂ ਰੇਜ਼ ਆ ਲੈਂਸ ਕੀ ਕਰਦਾ ਹੈ, ਰੈਟੀਨਾ ਤੋਂ ਪਹਿਲਾਂ ਹੀ ਮਿਲਾ ਦਿੰਦਾ ਹੈ।
ਹੁਣ इस केस ਦੇ ਵਿੱਚ ਕੀ ਆ ਕਿ ਜੇਕਰ ਇਹ ਦੋਨੋਂ ਰੇਜ਼ ਲੈਂਸ ਦੇ ਵਿੱਚੋਂ ਨਿਕਲ ਕੇ ਰੈਟੀਨਾ ਤੋਂ ਪਹਿਲਾਂ ਮਿਲ ਗਈਆਂ ਤੇ ਇਮੇਜ ਤੇ ਬਣਨਾ ਹੀ ਨਹੀਂ, ਕਿਉਂਕਿ ਇਮੇਜ ਕਿਵੇਂ ਬਣਨਾ ਸੀ ਜੇਕਰ ਇਹ ਰੈਟੀਨਾ ਦੇ ਉੱਪਰ ਫੋਕਸ ਹੁੰਦੀਆਂ ਤੇ ਰੈਟੀਨਾ ਨੇ ਕੀ ਕਰਨਾ ਸੀ, ਇਹਦਾ ਸਿਗਨਲ ਜਿਹੜਾ ਬ੍ਰੇਨ ਨੂੰ ਭੇਜ ਦੇਣਾ ਸੀ ਤੇ ਬ੍ਰੇਨ ਨੇ ਉਹਨੂੰ ਡੀਕੋਡ ਕਰਕੇ ਸਮਝ ਲੈਣਾ ਸੀ। पर इत्थे गल ये आ कि इत्थे ये दोनों जिहड़ियां रेज कन्वर्स हो गई रैटिना तो पहला ही, सो इमेज जां तां बनेगा ही नहीं तो जां बहुत ही ब्लर बनेगा। हुण देखो जिवें असीं इत्थों तक क्या वा कि साडा जिहड़ा मायोपिया वा, मायोपिया दे विच सानू दूर दीयां चीज़ां क्लीयर नज़र नहीं आउंदियां ते नेड़े दीयां चीज़ां सानू की आ आम तौर ते बहुत क्लीयर नज़र आउंदियां वा जां क्लीयर नज़र आउंदियां वा। ਹੁਣ ਪਹਿਲੇ ਨੰਬਰ ਤੇ ਮੈਂ ਇੱਥੇ ਕਿਹਾ ਕਿ ਇੱਕ ਨਾਰਮਲ ਹਿਊਮਨ ਆਈ ਵਿੱਚੋਂ ਜਦੋਂ ਅਸੀਂ ਇਨਫਾਈਨਾਈਟ ਡਿਸਟੈਂਸ ਤੇ ਆਬਜੈਕਟ ਨੂੰ ਦੇਖਦੇ ਹਾਂ ਤਾਂ ਉਹਦਾ ਇਮੇਜ ਇਸ ਤਰੀਕੇ ਨਾਲ ਰੈਟੀਨਾ ਤੇ ਬਣਦਾ ਵਾ। ਤੇ ਜੇਕਰ ਮਾਇਓਪਿਕ ਆਈ ਹੋਵੇ ਇਹ ਨੀਚੇ ਵਾਲੀ ਡਾਇਗਰਾਮ ਤੇ ਇਹਦਾ ਜਿਹੜਾ ਇਨਫਿਨਿਟੀ ਤੇ ਪਏ ਹੋਏ ਆਬਜੈਕਟ ਦਾ ਜਿਹੜਾ ਵਾ ਇਮੇਜ ਕੀ ਆ ਉਹ ਰੈਟੀਨਾ ਤੋਂ ਪਹਿਲਾਂ ਹੀ ਬਣ ਜਾਂਦਾ ਵਾ। ਹੁਣ ਦੇਖੋ ਇਹ ਜਿਹੜਾ ਇਹਦੇ ਵਿੱਚ ਅਸੀਂ ਕਹਿ ਰਹੇ ਹਾਂ ਕਿ ਨੀਅਰ ਪੁਆਇੰਟ ਜਿਹੜਾ ਵਾ ਸਾਡੀ ਨੀਅਰ ਡਿਸਟੈਂਸ ਜਿਹੜੀ ਵਿਜ਼ਨ ਆ ਉਹ ਕੀ ਆ ਕਲੀਅਰ ਆ ਤੇ ਸਾਡੀ ਜਿਹੜੀ ਫਾਰ ਵਿਜ਼ਨ ਆ दूरों जदों असी किसी चीज़ को देखना वा तो वह सानू क्लीयर नज़र नहीं आता। हुण देखो इत्थे ये नहीं समझना कि जिवें मैं इत्थे गल कह रहा वां कि जिहड़ी चीज़ इनफिनिटी ते पई आ वो मायोपिक आई नू क्लीयर नज़र नहीं आउंदी। हुण देखो किसी मनुखी अख वास्ते ये डिस्टेंस 6 मीटर भी हो सकती, किसी वास्ते 10 मीटर भी हो सकती। मतलब मेरे कहण दा ये आ कि इत्थे असी बेशक ये गल कर रहे हैं कि इनफिनिटी ते पईयां चीज़ां सानू क्लीयर नज़र नहीं आउंदियां, पर इनफिनिटी का मतलब बहुत ज़्यादा डिस्टेंस नहीं। इनफिनिटी का मतलब ये भी हो सकता किसी अख वास्ते 4 मीटर, किसी अख वास्ते 6 मीटर या किसी अख वास्ते 20 मीटर। ये ह्यूमन टू ह्यूमन वेरी करेगा कि उदा फार पॉइंट की आ कितनी दूर वा, उदा 10 मीटर दूर आ या 20 मीटर दूर आ। हुण देखो इत्थे की आ कि पहलां जदों नॉर्मल ह्यूमन आई सी असीं क्या कि मान लो इन्हें ये जिहड़ी रे आ रही सी ये इधर नूं सीधी जा रही सी ते इन्हें 15 डिग्री बेंड कर दिता ते इत्थे की आ इत्थे ने कहता कि इस इंसीडेंट रे नूं कितना बेंड किया 20 डिग्री। हुण देखो इत्थे 15 डिग्री सी ते ये इत्थे जाके मिली, इन्हें होर ज़्यादा बेंड कर दिता ते ये की आ पहला ही मिल गई। हुण देखो असी इत्थे ये गल कहने आ कि मान लो शायद ये लेंस मोटा हो गया होएगा, जेकर ये लेंस का साइज़ वध गया होएगा तो ये की करता है ਇਹਦੀ पावर वध जाती है तो पावर ਵਧਣ ਦੇ ਨਾਲ ਕੀ ਕਰਦਾ है ये रिफ्रैक्टेड रेज ਨੂੰ ਪਹਿਲਾਂ ਮਿਲਾ ਦਿੰਦਾ है। ਹੁਣ ਇਹਦਾ ਇੱਕ ਕਾਰਨ ਜਾਣਦੇ ਹਾਂ ਅਸੀਂ, ਸੋ ਇੱਥੇ ਬਹੁਤਾ ਕਨਫਿਊਜ਼ ਹੋਣ ਦੀ ਜ਼ਰੂਰਤ ਨਹੀਂ ਆ। ਮੈਂ ਇਹ ਗੱਲ ਕਹਿ ਰਿਹਾ ਵਾਂ ਕਿ ਜਿਵੇਂ ਇਧਰੋਂ ਇਨਸੀਡੈਂਟ ਰੇਜ਼ ਆ ਰਹੀਆਂ ਸੀ ਇਹਨਾਂ ਨੇ ਜਾਣਾ ਕਿੱਧਰ ਨੂੰ ਸੀ, ਇੱਧਰ ਨੂੰ ਜਾਣਾ ਸੀ। ਇਸ ਲੈਂਸ ਨੇ ਕੀ ਕੀਤਾ ਮੰਨ ਲਓ 15 डिग्री ਬੈਂਡ ਕਰ ਦਿੱਤਾ। ਮੈਂ ਸਿਰਫ 15 ਸਮਝਾਉਣ ਵਾਸਤੇ ਹੀ ਕਹਿ ਰਿਹਾ ਵਾਂ। ਹੁਣ ਜਿਹੜੀ ਮਾਇਓਪਿਕ ਆਈ ਆ ਉਹਨੇ ਕੀ ਕੀਤਾ, ਮਾਇਓਪਿਕ ਆਈ ਦੇ ਵਿੱਚ ਜੇਕਰ ਇਹ ਲੈਂਸ ਮੋਟਾ ਹੋ ਗਿਆ ਤੇ ਲੈਂਸ ਮੋਟਾ ਹੋਣ ਦੇ ਨਾਲ ਕੀ ਹੋਏਗਾ, ਲੈਂਸ ਦੀ ਪਾਵਰ ਵੱਧ ਜਾਏਗੀ, ਪਾਵਰ ਵੱਧ ਜਾਏਗੀ ਤੇ ਇਹ ਉਹਨੂੰ ਜ਼ਿਆਦਾ ਬੈਂਡ ਕਰੇਗਾ। ਤੇ ਮੰਨ ਲਓ ਮੈਂ ਕਿਹਾ ਕਿ ਇਹਨੇ 20 डिग्री ਬੈਂਡ ਕਰ ਦਿੱਤਾ। ਹੁਣ ਜਦੋਂ 20 डिग्री ਬੈਂਡ ਕਰ ਦਿੱਤਾ ਤੇ ਜਿਹੜੀਆਂ ਇਹ ਦੋਨੋਂ ਰੇਜ਼ ਇੱਥੇ ਮਿਲ ਰਹੀਆਂ ਸੀ ਉਹ ਕਿੱਥੇ ਮਿਲੀਆਂ, ਉਹ ਪਹਿਲਾਂ ਮਿਲ ਪਈਆਂ ਤੇ ਪਹਿਲਾਂ ਮਿਲਣ ਦੇ ਨਾਲ ਕੀ ਹੋਇਆ, ਇਮੇਜ ਰੈਟੀਨਾ ਤੇ ਬਣ ਨਹੀਂ ਪਾਇਆ। ਹੁਣ ਜਿਵੇਂ ਮੈਂ ਇਹ ਗੱਲ ਕਹਿ ਰਿਹਾ ਵਾਂ ਕਿ ਲੈਂਸ ਚੌੜਾ ਹੋ ਗਿਆ ਜਾਂ ਮੋਟਾ ਹੋ ਗਿਆ ਤੇ ਲੈਂਸ ਦੇ ਚੌੜੇ ਹੋਣ ਦੇ ਨਾਲ ਇਹਦਾ ਜਿਹੜਾ ਵਾ ਇਹਦੀ ਪਾਵਰ ਕਿਵੇਂ ਵੱਧ ਗਈ। ਮਤਲਬ ਇੱਥੇ ਲੈਂਸ ਪਤਲਾ ਸੀ 15 डिग्री ਆ, ਇੱਥੇ ਲੈਂਸ ਮੋਟਾ ਹੋਣ ਦੇ ਨਾਲ 20 डिग्री ਹੋਇਆ। ਆਪਾਂ ਇਸ ਚੀਜ਼ ਨੂੰ ਸਮਝਦੇ ਹਾਂ ਕਿ ਮੰਨ ਲਓ ਇੱਥੇ ਮੇਰੇ ਕੋਲੋਂ ਇੱਕ ਪਤਲਾ ਲੈਂਸ ਆ ਤੇ ਇੱਥੇ ਮੇਰੇ ਕੋਲੋਂ ਇੱਕ ਕੀ ਆ, ਮੋਟਾ ਲੈਂਸ ਆ। ਇਧਰੋਂ ਇਨਸੀਡੈਂਟ ਰੇ ਆਈ, ਅਸੀਂ ਕਹਿੰਦੇ ਹਾਂ ਕਿ ਇਧਰੋਂ ਇਨਸੀਡੈਂਟ ਰੇ ਨੇ ਇੱਧਰ ਨੂੰ ਜਾਣਾ ਸੀ, ਪਰ ਇਸ ਲੈਂਸ ਨੇ ਕੀ ਕੀਤਾ, ਇਸ ਲੈਂਸ ਨੇ ਇਹਨੂੰ ਮੰਨ ਲਓ 15 डिग्री नीचे बेंड कर दिता। हुण इहदे विच भी इंसीडेंट रे आई, इंसीडेंट रे दी डायरैक्शन है वा ते इस लेंस ने की कीता, इस लेंस ने उन्नू मान लो 20 डिग्री बेंड कर दिता। हुण इत्थे फर्क की है, देखो ये लेंस पतला वा, जेकर पतला वा तो इंसीडेंट रे ने इहदे अंदरों थोड़ा रस्ता ट्रैवल करना वा। कितना रस्ता ट्रैवल करना वा, सिर्फ इन्ना रस्ता ट्रैवल करना वा। तो इस लेंस दे विच रे ने की आ ज़्यादा रस्ता ट्रैवल करना वा, जिस दे विच रे ने ज़्यादा रस्ता ट्रैवल करना वा तो लेंस की करेगा, लेंस उहदे उत्ते ज़्यादा जोर पाएगा। क्यों ज़्यादा जोर पाएगा, क्योंकि रे उहदे कोलों ज़्यादा चिर रहेगी। इत्थे रे लेंस कोलों कितना चिर रहेगी, सिर्फ इन्ना सफ़र ही रहेगी। इत्थे लेंस कोलों कितना सफ़र रहेगी, इन्ना सफ़र रहेगी।
ਤੇ ਜੇਕਰ ਜ਼ਿਆਦਾ ਸਫ਼ਰ ਇਹਦੇ ਅੰਦਰੋਂ ਟਰੈਵਲ ਕਰਨਾ ਵਾ ਤੇ ਇਹਦਾ ਮਤਲਬ ਇਹ ਪ੍ਰਭਾਵ ਵੀ ਜ਼ਿਆਦਾ ਦੇਗਾ। ਪ੍ਰਭਾਵ ਕਿੰਨਾ ਜ਼ਿਆਦਾ ਦੇਤਾ 20 ਡਿਗਰੀ। ਸੋ ਇਸੇ ਤਰ੍ਹਾਂ ਮੈਂ ਇੱਥੇ ਆਉਣਾ ਵਾ, ਅਸੀਂ ਕਹਿੰਦੇ ਆ ਕਿ ਮਾਇਓਪਿਕ ਆਈ ਦੇ ਵਿੱਚ ਲੈਂਸ ਦਾ ਸਾਈਜ਼ ਵੱਧ ਜਾਂਦਾ ਵਾ ਤੇ ਜੇਕਰ ਲੈਂਸ ਦਾ ਸਾਈਜ਼ ਵੱਧ ਜਾਏਗਾ ਆਉਣ ਵਾਲੀ ਰੇ ਕੀ ਆ ਇਹਦੇ ਅੰਦਰ ਜ਼ਿਆਦਾ ਚਿਰ ਤੱਕ ਰਹੇਗੀ, ਜ਼ਿਆਦਾ ਚਿਰ ਤੱਕ ਰਹੇਗੀ ਤੇ ਇਹ ਉਹਦੇ ਉੱਤੇ ਆਪਣਾ ਜ਼ਿਆਦਾ ਜ਼ੋਰ ਦਿਖਾਏਗਾ। ਜ਼ਿਆਦਾ ਜ਼ੋਰ ਦਿਖਾਏਗਾ ਤਾਂ ਜ਼ਿਆਦਾ ਬੈਂਡ ਕਰ ਦੇਗਾ ਤੇ ਜ਼ਿਆਦਾ ਬੈਂਡ ਕਰਨ ਦੇ ਨਾਲ ਕੀ ਹੋਏਗਾ, ਇਹ ਪਹਿਲਾਂ ਮਿਲ ਜਾਣਗੀਆਂ ਦੋਨੋਂ ਜਿਹੜੀਆਂ ਰਿਫਰੈਕਟਡ ਰੇਜ਼ ਆ ਤੇ ਇਮੇਜ ਰੈਟੀਨਾ ਦੇ ਉੱਤੇ ਬਣ ਹੀ ਨਹੀਂ ਪਾਏਗਾ। ਅਸੀਂ ਇਹਦੇ ਵਿੱਚ ਇੱਕ ਕਾਰਨ ਤੇ ਇਹ ਬੜਿਆ, ਇਹਦਾ ਕੌਸ ਬੜਿਆ। ਜੇਕਰ ਗੱਲ ਕਰੀਏ ਕੌਸ ਪੜਿਆ ਤੇ ਕਿਹਾ ਕਿ ਸਾਈਜ਼ ਆਫ ਲੈਂਸ ਇਨਕਰੀਜ਼, ਕਿ ਸਾਈਜ਼ ਆਫ ਲੈਂਸ ਜਿਹੜਾ ਵਾ ਉਹ ਵੱਧ ਜਾਂਦਾ ਵਾ। ਅਸੀਂ ਇੱਥੇ ਇੱਕ ਦੂਸਰਾ ਕੌਜ਼ ਵੀ ਪੜ੍ਹਦੇ ਹਾਂ ਕਿ ਸਾਡੀ ਜਿਹੜੀ ਆਈਬੋਲ ਦਾ ਸਾਈਜ਼ ਆ, ਆਈਬੋਲ ਸਾਈਜ਼ ਇਨਕਰੀਜ਼, ਮਤਲਬ ਕਿਸੇ ਬਾਇਓਲੋਜੀਕਲ ਕਾਰਨ ਕਰਕੇ ਸਾਡੀ ਜਿਹੜੀ ਆਈਬੋਲ ਆ, ਜਿਵੇਂ ਅਸੀਂ ਕਿਹਾ ਵਾ ਕਿ ਇਹ ਕੀ ਆ, ਨਾਰਮਲ ਮਨੁੱਖੀ ਅੱਖ ਆ। ਤੇ ਜੇਕਰ ਮੈਂ ਇਹਦੇ ਵਿੱਚ ਇਹ ਕਹਾਂ ਕਿ ਸਾਡੀ ਜਿਹੜੀ ਆਈਬੋਲ ਦਾ ਸਾਈਜ਼ ਕਿਸੇ ਤਰੀਕੇ ਦੇ ਨਾਲ ਵੱਧ ਗਿਆ, ਵੱਡਾ ਹੋ ਗਿਆ, ਤੇ ਜੇਕਰ ਵੱਡਾ ਹੋ ਜਾਏਗਾ ਤੇ ਇਹ ਤੇ ਇੱਥੇ ਹੀ ਰਹਿ ਜਾਏਗਾ, ਮਤਲਬ ਜਿਹੜਾ ਫੋਕਸ ਆ ਉਹ ਤੇ ਅੱਗੇ ਹੀ ਰਹੇਗਾ। ਫੋਕਸ ਕੀ ਆ, ਪਿੱਛੇ ਕਰਨ ਦੀ ਜ਼ਰੂਰਤ ਆ। ਸੋ ਇਮੇਜ ਕੀ ਆ, ਬਣ ਨਹੀਂ ਪਾਏਗਾ। ਸੋ ਦੋ ਕਾਰਨ ਆਏ ਸਾਡੇ ਕੋਲੋਂ ਮਾਇਓਪਿਕ ਆਈ ਦੇ ਵਿੱਚ। ਪਹਿਲਾ ਕਾਰਨ ਇਹ ਆਇਆ ਕਿ ਜੇਕਰ ਲੈਂਸ ਮੋਟਾ ਹੋ ਜਾਏਗਾ ਤਾਂ ਵੀ ਇਮੇਜ ਰੈਟੀਨਾ ਤੋਂ ਪਹਿਲਾਂ ਬਣ ਜਾਏਗਾ ਤੇ ਜੇਕਰ ਕਿਸੇ ਕਾਰਨ ਕਰਕੇ ਇਸ ਆਈਬੋਲ ਦਾ ਸਾਈਜ਼ ਹੀ ਵੱਡਾ ਹੋ ਜਾਏਗਾ ਤੇ ਇਮੇਜ ਆਪਣੀ ਪਹਿਲਾਂ ਵਾਲੀ ਡਿਸਟੈਂਸ ਤੇ ਹੀ ਬਣੇਗਾ ਤੇ ਰੈਟੀਨਾ ਪਿੱਛੇ ਚਲਾ ਜਾਂਦਾ ਵਾ। ਇਸ ਕਰਕੇ ਸਾਨੂੰ ਕੀ ਆ, ਦੂਰ ਦੀਆਂ ਚੀਜ਼ਾਂ ਨਜ਼ਰ ਨਹੀਂ ਕਰਾਂਗੇ ਕਿ ਮਾਇਓਪੀਆ ਦੇ ਵਿੱਚ ਸਾਨੂੰ ਨੇੜੇ ਪਈਆਂ ਚੀਜ਼ਾਂ ਨਜ਼ਰ ਕਿਵੇਂ ਆ ਜਾਂਦੀਆਂ ਵਾ ਤੇ ਦੂਰ ਪਈਆਂ ਚੀਜ਼ਾਂ ਸਾਨੂੰ ਕਿਉਂ ਨਹੀਂ ਨਜ਼ਰ ਆਉਂਦੀਆਂ। ਇਹਨੂੰ ਅਸੀਂ ਇੱਕ ਵਾਰੀ ਦੁਬਾਰਾ ਦੇਖੋ। ਜਿਵੇਂ ਅਸੀਂ ਕਿਹਾ ਸੀ ਕਿ ਸਾਡੀ ਜਿਹੜੀ ਤੰਦਰੁਸਤ ਮਨੁੱਖੀ ਅੱਖ ਆ, ਜਦੋਂ ਦੂਰ ਪਏ ਆਬਜੈਕਟ ਤੋਂ ਰੇਜ਼ ਆਉਂਦੀਆਂ ਵਾ ਤੇ ਉਹ ਕੀ ਆ, ਲੈਂਸ ਕੀ ਕਰਦਾ, ਉਹਨੂੰ ਬੈਂਡ ਕਰਕੇ ਰੈਟੀਨਾ ਦੇ ਉੱਪਰ ਪਾ ਦਿੰਦਾ ਵਾ। ਤੇ ਜੇਕਰ ਇਸੇ ਅੱਖ ਦੇ ਵਿੱਚ ਮਾਇਓਪਿਕ ਡਿਫੈਕਟ ਹੋ ਜੇ ਤੇ ਇਹ ਕੀ ਆ, ਲੈਂਸ ਉਹਨੂੰ ਜ਼ਿਆਦਾ ਬੈਂਡ ਕਰ ਦਿੰਦਾ ਏ। ਜਿਵੇਂ ਅਸੀਂ ਕਿਹਾ ਸੀ ਕਿ ਨਾਰਮਲ ਅੱਖ ਦੇ ਵਿੱਚ ਮੰਨ ਲਓ 15 ਡਿਗਰੀ ਕਰਦਾ ਵਾ ਤੇ ਜੇ ਮਾਇਓਪਿਕ ਡਿਫੈਕਟ ਹੋ ਗਿਆ ਤੇ ਇਹ ਕੀ ਆ, 5 ਡਿਗਰੀ ਹੋਰ ਜ਼ਿਆਦਾ ਬੈਂਡ ਕਰਨ ਡਿਆ ਪਿਆ, 20 ਡਿਗਰੀ ਬੈਂਡ ਕਰਨ ਡਿਆ ਪਿਆ ਤੇ ਇਹ ਜਿਹੜੀਆਂ ਰੇਜ਼ ਆ ਇਹ ਪਹਿਲਾਂ ਮਿਲ ਜਾਂਦੀਆਂ ਰੈਟੀਨਾ ਦੇ ਉੱਪਰ। ਹੁਣ ਜਿਵੇਂ ਆਪਾਂ ਕਿਹਾ ਵਾ ਕਿ ਨੇੜੇ ਪਈਆਂ ਚੀਜ਼ਾਂ ਸਾਨੂੰ ਕਿਵੇਂ ਨਜ਼ਰ ਆ ਜਾਂਦੀਆਂ। ਮੰਨ ਲਓ ਇਹ ਕੀ ਆ, ਇੱਕ ਅੱਖ ਵਾ ਤੇ ਇਹ ਇੱਕ ਆਬਜੈਕਟ ਪਿਆ ਹੋਇਆ ਵਾ। ਅਸੀਂ ਕਹਿੰਦੇ ਆ ਕਿ ਆਬਜੈਕਟ ਜਿਹੜਾ ਇਸ ਅੱਖ ਦੇ ਲਾਗੇ ਹੀ ਪਿਆ ਹੋਇਆ ਵਾ। ਹੁਣ ਜਿਹੜਾ ਇਹ ਆਬਜੈਕਟ ਆ, ਇਹਦੇ ਤੋਂ ਜਿਹੜੀਆਂ ਰੇਜ਼ ਆਉਣੀਆਂ ਵਾ ਉਹ ਕੀ ਆਉਣੀਆਂ ਵਾ, ਡਾਈਵਰਜਿੰਗ ਨੇਚਰ ਦੀਆਂ ਆਉਣੀਆਂ ਵਾ। ਇਹ ਡਾਈਵਰਜਿੰਗ ਨੇਚਰ ਦੀਆਂ ਆਈਆਂ, ਇਹ ਕਿੱਧਰ ਨੂੰ ਜਾਣਾ ਚਾਹੁੰਦੀਆਂ ਸੀ, ਇੱਧਰ ਨੂੰ ਜਾਣਾ ਚਾਹੁੰਦੀਆਂ ਸੀ। ਇੱਧਰ ਕਿੱਧਰ ਨੂੰ ਜਾਣਾ ਚਾਹੁੰਦੀਆਂ ਸੀ, ਇੱਧਰ ਨੂੰ ਜਾਣਾ ਚਾਹੁੰਦੀਆਂ ਸੀ। ਹੁਣ ਜੇਕਰ ਇਹ ਪੈਰਲਲ ਆਉਣ ਵਾਲੀਆਂ ਰੇਜ਼ ਨੂੰ 20 ਡਿਗਰੀ ਮੋੜ ਦਿੰਦਾ ਵਾ ਤੇ ਇੱਥੇ ਕੀ ਆ, ਡਾਈਵਰਜਿੰਗ ਆ। ਡਾਈਵਰਜਿੰਗ ਮਤਲਬ ਉਹ ਪਹਿਲਾਂ ਹੀ ਤਾਂ ਚੁੱਕੀਆਂ ਹੋਈਆਂ ਵਾ ਤੇ ਹੁਣ ਜੇਕਰ ਉਹ 20 ਡਿਗਰੀ ਮੋੜੇਗਾ ਤੇ ਅਲਟੀਮੇਟਲੀ ਸਾਨੂੰ ਕੀ ਆ, 15 ਡਿਗਰੀ ਦਾ ਪ੍ਰਭਾਵ ਮਿਲ ਸਕਦਾ ਵਾ। ਜੇਕਰ ਮੈਂ ਦੇਖੋ ਇਹਨੂੰ ਇਦਾਂ ਕਹਾਂ ਕਿ ਮੰਨ ਲਓ ਇਹਨਾਂ ਦਾ ਇੱਥੇ 5 ਡਿਗਰੀ ਐਂਗਲ ਆ ਤੇ ਇਹ ਕੀ ਆ, ਇਸ ਲੈਂਸ ਨੇ ਇਹਨਾਂ ਨੂੰ ਕਿੰਨਾ ਮੋੜ ਦਿੱਤਾ, ਆਪਣੀ ਡਾਇਰੈਕਸ਼ਨ ਤੋਂ 20 ਡਿਗਰੀ ਤੇ ਅਲਟੀਮੇਟਲੀ ਇਫੈਕਟ ਕਿੰਨਾ ਰਹਿ ਗਿਆ, 5 ਡਿਗਰੀ ਉੱਪਰ ਨੂੰ ਆ, ਇਹਨੇ 20 ਡਿਗਰੀ ਨੀਚੇ ਨੂੰ ਜ਼ੋਰ ਲਾਉਣਾ ਤੇ ਅਲਟੀਮੇਟਲੀ ਸਾਨੂੰ ਕੀ ਫਰਕ ਨਜ਼ਰ ਆਉਣਾ, 15 ਡਿਗਰੀ। ਤੇ 15 ਡਿਗਰੀ ਹੋ ਗਿਆ ਤੇ ਫਿਰ ਕੀ ਆ, ਇੱਕ ਨਾਰਮਲ ਆਈ ਦੀ ਤਰ੍ਹਾਂ ਬਿਹੇਵ ਕਰੇਗਾ ਤੇ ਸਾਨੂੰ ਨੇੜੇ ਪਈ ਚੀਜ਼ ਕੀ ਆ, ਦਿਖੇਗੀ। ਸੋ ਮੇਰੇ ਕਹਿਣ ਦਾ ਮਤਲਬ ਇੱਥੇ ਆ ਕਿ ਬਿਲਕੁਲ ਵੀ ਕਨਫਿਊਜ਼ ਹੋਣ ਦੀ ਜ਼ਰੂਰਤ ਨਹੀਂ ਆ। ਇੱਥੇ ਕਨਸੈਪਟ ਇਹ ਆ ਕਿ ਜਿਹੜੀ ਚੀਜ਼ ਲਾਗੇ ਪਈ ਹੁੰਦੀ ਆ ਉਹਦੇ ਤੋਂ ਡਾਈਵਰਜਿੰਗ ਰੇਜ਼ ਆਉਂਦੀਆਂ ਵਾ ਤੇ ਡਾਈਵਰਜਿੰਗ ਰੇਜ਼ ਦਾ ਐਂਗਲ ਜਿਹੜਾ ਏ ਉਹ ਪਹਿਲਾਂ ਹੀ ਵੱਡਾ ਹੁੰਦਾ ਏ ਤੇ ਇਹ ਲੈਂਸ ਕੀ ਕਰਦਾ ਏ, ਡਾਈਵਰਜਿੰਗ ਨੂੰ ਆਪਣਾ ਜ਼ੋਰ ਲਾ ਕੇ ਨੀਚੇ ਕਰਦਾ ਏ ਤੇ ਨੀਚੇ ਕਰਕੇ ਇੱਥੇ ਕੀ ਆ, ਉਹਦਾ ਇਮੇਜ ਬਣਾ ਦਿੰਦਾ ਏ। ਗੱਲ ਕਰਦੇ ਆ ਕਿ ਇਹ ਜਿਹੜਾ ਡਿਫੈਕਟ ਪੈਦਾ ਹੋ ਗਿਆ ਵਾ, ਇਹਨੂੰ ਅਸੀਂ ਰਿਮੂਵ ਕਿਵੇਂ ਕਰ ਸਕਦੇ ਆ, ਇਸ ਚੀਜ਼ ਦਾ ਹੱਲ ਦੇਖਦੇ ਆ। ਹੁਣ ਦੇਖੋ, ਜੇਕਰ ਮੈਂ ਇੱਥੇ ਇੱਕ ਲੈਂਸ ਰੱਖ ਦਵਾਂ, ਇਹ ਕੋਈ ਮੈਂ ਇੱਥੇ ਕਨਕੇਵ ਲੈਂਸ ਯੂਜ਼ ਕਰ ਲਿਆ ਤੇ ਕਨਕੇਵ ਲੈਂਸ ਕੀ ਕਰਦਾ ਵਾ, ਮੰਨ ਲਓ ਕਨਕੇਵ ਲੈਂਸ ਨੇ ਇਹ ਜਿਹੜੀਆਂ ਰੇਜ਼ ਆ ਇਹਨਾਂ ਨੂੰ ਕੀ ਕੀਤਾ, 5 ਡਿਗਰੀ ਉੱਪਰ ਚੁੱਕਤਾ, 5 ਡਿਗਰੀ ਉੱਪਰ ਚੁੱਕਤਾ। ਇੱਧਰ ਵੀ ਕੀ ਕੀਤਾ, 5 ਡਿਗਰੀ ਬਾਹਰ ਨੂੰ ਕੱਢਤਾ। ਸਾਨੂੰ ਪਤਾ ਹੀ ਆ ਕਿ ਕਨਕੇਵ ਲੈਂਸ ਕੀ ਕਰਦਾ ਵਾ, ਰੇਜ਼ ਨੂੰ ਡਾਈਵਰਜ ਕਰ ਦਿੰਦਾ ਵਾ, ਖਿਲਾਰ ਦਿੰਦਾ ਵਾ। ਅਸੀਂ ਪੜ੍ਹਿਆ ਸੀ ਕਿ ਜਦੋਂ ਇਹਦੇ ਵਿੱਚੋਂ ਪ੍ਰਿੰਸੀਪਲ ਐਕਸਿਸ ਦੇ ਪੈਰਲਲ ਰੇਜ਼ ਆਉਂਦੀਆਂ ਵਾ, ਇਹ ਕੀ ਆ, ਨੰਬਰ 1 ਰੇ, ਇਹ ਨੰਬਰ 2 ਰੇ,
ਇਹ ਕੀ ਕਰਦਾ ਵਾ, ਇਹ ਆਪਣੀ ਯੋਗਤਾ ਦੇ ਹਿਸਾਬ ਨਾਲ ਇਸ ਤਰੀਕੇ ਨਾਲ ਇਹਨੂੰ ਕੀ ਆ ਡਾਈਵਰਜ ਕਰ ਦਿੰਦਾ ਵਾ, ਖਿਲਾਰ ਦਿੰਦਾ ਵਾ। ਹੁਣ ਆਪਾਂ ਕੀ ਕੀਤਾ, ਆਪਾਂ ਦੇਖਿਆ ਕਿ ਇੱਕ ਕਨਕੇਵ ਲੈਂਸ ਰੱਖਤਾ ਤੇ ਕਨਕੇਵ ਲੈਂਸ ਅਸੀਂ ਇਸ ਪਾਵਰ ਦਾ ਰੱਖਿਆ ਕਿ ਮੰਨ ਲਓ ਇਹ 5 ਡਿਗਰੀ ਰੇਜ਼ ਨੂੰ ਡਾਈਵਰਜ ਕਰ ਦਿੰਦਾ ਵਾ। ਹੁਣ ਜਦੋਂ 5 ਡਿਗਰੀ ਅਸੀਂ ਪਹਿਲਾਂ ਹੀ ਬਾਹਰ ਨੂੰ ਕੱਢ ਲਈ ਤੇ ਇਹ ਲੈਂਸ ਨੇ ਕੀ ਕਰਨਾ, 20 ਡਿਗਰੀ ਅੰਦਰ ਨੂੰ ਕਰਨਾ ਵਾ ਤੇ ਅਲਟੀਮੇਟਲੀ ਕਿੰਨਾ ਰਹਿ ਗਿਆ 15 ਡਿਗਰੀ। ਤੇ 15 ਡਿਗਰੀ ਤੇ ਕੀ ਆ, ਸਾਨੂੰ ਇੱਕ ਤੰਦਰੁਸਤ ਆਈ ਵਾਲੀ ਸਾਡੇ ਕੋਲੋਂ ਕੀ ਆ ਵਰਕਿੰਗ ਹੋ ਜਾਣੀ ਆ। ਸੋ ਮੇਰੇ ਕਹਿਣ ਦਾ ਇੱਥੇ ਮਤਲਬ ਇਹ ਆ ਕਿ ਅਸੀਂ ਜਿਹੜਾ ਮਾਇਓਪੀਆ ਡਿਫੈਕਟ ਆ ਉਹ ਕੀ ਆ ਕਨਕੇਵ ਲੈਂਸ ਦੇ ਜ਼ਰੀਏ ਦੂਰ ਕਰ ਲੈਂਦੇ ਆ। ਤੇ ਕਨਕੇਵ ਲੈਂਸ ਕਿਸ ਪਾਵਰ ਦਾ ਹੋਣਾ ਚਾਹੀਦਾ ਵਾ, ਇਹ ਅਸੀਂ ਉਹਦਾ ਮੈਡੀਕਲ ਐਗਜ਼ਾਮਿਨ ਕਰਕੇ ਦੱਸ ਸਕਦੇ ਹਾਂ ਕਿ ਕਨਕੇਵ ਲੈਂਸ ਕਿਸ ਪਾਵਰ ਦਾ ਹੋਣਾ ਚਾਹੀਦਾ ਵਾ। ਸੋ ਇੱਥੇ ਇੱਕ ਗੱਲ ਵਿਸ਼ੇਸ਼ ਧਿਆਨ ਦੇਣ ਜ਼ਰੂਰਤ ਆ, ਜਿਵੇਂ ਕਿ ਦੇਖੋ ਮੈਂ ਇੱਥੇ ਗੱਲ ਕਹਿ ਰਿਹਾ ਵਾਂ ਕਿ 20 ਡਿਗਰੀ 15 ਡਿਗਰੀ 5 ਡਿਗਰੀ 20 ਡਿਗਰੀ, ਇਹ ਗੱਲ ਮੈਂ ਸਿਰਫ ਸਮਝਾਉਣ ਵਾਸਤੇ ਕਹਿ ਰਿਹਾ ਵਾਂ। ਤੇ ਜੇਕਰ ਆਪਾਂ ਇਹਨੂੰ ਜਨਰਲ ਪੜ੍ਹੀਏ, ਇੱਕ ਤੰਦਰੁਸਤ ਆਈ ਆ, ਬਲੂ ਲਾਈਨ ਬਣਾਈ ਹੋਈ ਆ, ਦੂਰ ਪਏ ਆਬਜੈਕਟ ਤੋਂ ਆਉਣ ਵਾਲੀਆਂ ਰੇਜ਼ ਨੂੰ ਕੀ ਕਰਦਾ ਵਾ, ਇਹ ਬੈਂਡ ਕਰਕੇ ਕਨਵਰਜ ਕਰਕੇ ਰੈਟੀਨਾ ਤੇ ਮਿਲਾ ਦਿੰਦਾ ਵਾ। ਮੈਂ ਇੱਥੇ ਸਮਝਾਉਣ ਲਈ ਕਿਹਾ ਕਿ 15 ਡਿਗਰੀ। ਹੁਣ ਦੇਖੋ ਇਹ 20 ਡਿਗਰੀ ਵੀ ਹੋ ਸਕਦਾ, 25 ਡਿਗਰੀ ਵੀ ਹੋ ਸਕਦਾ, 5 ਡਿਗਰੀ ਵੀ ਹੋ ਸਕਦਾ। ਮੈਂ ਸਿਰਫ ਸਮਝਾਉਣ ਵਾਸਤੇ ਇੱਥੇ 15 ਡਿਗਰੀ ਯੂਜ਼ ਕੀਤਾ ਹੋਇਆ ਵਾ। ਤੇ ਜਿਵੇਂ ਦੂਸਰੇ ਸਟੈਪ ਤੇ ਮੈਂ ਕਿਹਾ ਸੀ ਕਿ ਮੰਨ ਲਓ ਇਸੇ ਅੱਖ ਦੇ ਵਿੱਚ ਕੀ ਆ ਡਿਫੈਕਟ ਪੈਦਾ ਹੋ ਗਿਆ। ਕਿਹੜਾ ਡਿਫੈਕਟ, ਕਿ ਇਹਨੂੰ ਹੁਣ ਦੂਰ ਦੀਆਂ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ, ਨੇੜੇ ਦੀਆਂ ਚੀਜ਼ਾਂ ਨਜ਼ਰ ਆਉਂਦੀਆਂ, ਮਤਲਬ ਮਾਇਓਪੀਆ ਹੋ ਗਿਆ। ਤੇ ਅਸੀਂ ਕਿਹਾ ਸੀ ਕਿ ਇਸ ਲੈਂਸ ਨੂੰ ਹਟਾ ਦਿੰਦੇ ਆ। ਪਹਿਲਾਂ ਅਸੀਂ ਕਿਹਾ ਸੀ ਕਿ ਦੂਰ ਪਏ ਆਬਜੈਕਟ ਤੋਂ ਆਉਣ ਵਾਲੀਆਂ ਰੇਜ਼, ਹੁਣ ਇਹ ਲੈਂਸ ਕੀ ਕਰਦਾ ਵਾ 20 ਡਿਗਰੀ ਬੈਂਡ ਕਰ ਦਿੰਦਾ ਵਾ। ਤੇ ਜੇ 20 ਡਿਗਰੀ ਬੈਂਡ ਕਰਤਾ ਤੇ ਦੋਨੋਂ ਰੇਜ਼ ਕੀ ਪਹਿਲਾਂ ਮਿਲ ਗਈਆਂ, ਤੇ ਜੇ ਪਹਿਲਾਂ ਮਿਲ ਗਈਆਂ ਤੇ ਰੈਟੀਨਾ ਦੇ ਉੱਪਰ ਇਮੇਜ ਬਣਿਆ ਹੀ ਨਹੀਂ। ਹੁਣ ਦੇਖੋ ਤੀਸਰੀ ਗੱਲ ਅਸੀਂ ਕਹੀ ਸੀ ਕਿ ਜੇਕਰ ਇੱਥੇ ਅਸੀਂ ਇੱਕ ਕਨਕੇਵ ਲੈਂਸ ਰੱਖ ਦਈਏ, ਹੁਣ ਇਹ ਜਿਹੜੀ ਰੇਜ਼ ਇੱਥੇ ਮਿਲ ਰਹੀਆਂ ਵਾ ਇਹਨਾਂ ਨੂੰ ਇੱਥੇ ਮਿਲਾਉਣ ਵਾਸਤੇ ਕੀ ਹੋਣਾ ਚਾਹੀਦਾ ਵਾ, ਲੈਂਸ ਨੂੰ 15 ਡਿਗਰੀ ਬੈਂਡ ਕਰਨਾ ਪਏਗਾ। ਹੁਣ 15 ਡਿਗਰੀ ਬੈਂਡ ਕਿਵੇਂ ਹੋਏਗਾ, ਜੇਕਰ ਮੈਂ ਇਹਦੇ ਬਾਹਰ ਇੱਕ ਕਨਕੇਵ ਲੈਂਸ ਰੱਖ ਦਾਂਗਾ। ਕਨਕੇਵ ਲੈਂਸ ਦੀ ਪਾਵਰ ਮੈਂ ਕੀ ਰੱਖਾਂਗਾ ਕਿ ਇਹ ਪਹਿਲਾਂ ਹੀ 5 ਡਿਗਰੀ ਉੱਪਰ ਨੂੰ ਕਰ ਦੇ, ਲੈਂਸ ਨੇ ਕੀ ਕਰਨਾ 20 ਡਿਗਰੀ ਨੀਚੇ ਨੂੰ ਕਰਨਾ, ਤੇ ਅਲਟੀਮੇਟਲੀ ਸਾਨੂੰ ਕੀ ਆ 5 ਉੱਪਰ ਨੂੰ 20 ਨੀਚੇ ਨੂੰ, ਤੇ ਰਿਜ਼ਲਟ ਕੀ ਮਿਲਣਾ 15 ਡਿਗਰੀ ਨੀਚੇ ਨੂੰ। ਤੇ ਸਾਨੂੰ ਜੇ 15 ਡਿਗਰੀ ਨੀਚੇ ਨੂੰ ਮਿਲਦਾ ਤੇ ਇਹ ਕੀ ਆ ਇੱਕ ਤੰਦਰੁਸਤ ਹਿਊਮਨ ਆਈ ਦੇ ਵਾਂਗੂ ਵਰਕਿੰਗ ਕਰੇਗਾ ਤੇ ਸਾਨੂੰ ਆਰਾਮ ਨਾਲ ਦਿਖੇਗਾ। ਸੋ ਓਵਰਆਲ ਕਨਕਲੂਡ ਕਰਨ ਦੀ ਗੱਲ ਕਰੀਏ ਤੇ ਮਾਇਓਪੀਆ ਦੇ ਵਿੱਚ ਦੂਰ ਪਈਆਂ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ ਤੇ ਨੇੜੇ ਪਈਆਂ ਚੀਜ਼ਾਂ ਸਾਨੂੰ ਆਮ ਤੌਰ ਤੇ ਨਜ਼ਰ ਆ ਜਾਂਦੀਆਂ ਵਾ। ਤੇ ਅਸੀਂ ਇਹਦਾ ਕਾਰਨ ਕੀ ਕਹਿੰਦੇ ਆ, ਅਸੀਂ ਕਾਰਨ ਇਹ ਕਹਿੰਦੇ ਆ ਕਿ ਕਈ ਵਾਰੀ ਕੀ ਆ ਇਸ ਲੈਂਸ ਦਾ ਸਾਈਜ਼ ਜਿਹੜਾ ਵਾ ਉਹ ਇਨਕਰੀਜ਼ ਹੋ ਜਾਂਦਾ ਵਾ, ਤੇ ਜਾਂ ਫਿਰ ਅਸੀਂ ਇਹ ਵੀ ਕਾਰਨ ਕਿਹਾ ਸੀ ਕਿ ਕਈ ਵਾਰੀ ਇਸ ਆਈਬੋਲ ਦਾ ਸਾਈਜ਼ ਜਿਹੜਾ ਵੱਧ ਜਾਂਦਾ ਵਾ। ਆਈਬੋਲ ਦੇ ਸਾਈਜ਼ ਵਧਣ ਦੇ ਨਾਲ ਆ ਜਿਹੜਾ ਰੈਟੀਨਾ ਵਾ ਇਹ ਪਿੱਛੇ ਚਲਾ ਜਾਂਦਾ ਵਾ, ਤੇ ਪਿੱਛੇ ਚਲਾ ਗਿਆ ਤੇ ਰੇਜ਼ ਕੀ ਆ ਪਹਿਲਾਂ ਮਿਲ ਜਾਂਦੀਆਂ ਵਾ ਤੇ ਇਮੇਜ ਬਣ ਨਹੀਂ ਪਾਉਂਦਾ। ਹੁਣ ਦੇਖੋ ਇਹਨੂੰ ਅਸੀਂ ਕੀ ਕਹਿੰਦੇ ਆ, ਇਹਨੂੰ ਅਸੀਂ ਕਹਿੰਦੇ ਆ ਸ਼ਾਰਟ ਸਾਈਟਿਡਨੈਸ। ਇਹ ਕਿਉਂ ਕਹਿੰਦੇ ਆ, ਅਸੀਂ ਤਾਂ ਕਰਕੇ ਕਹਿੰਦੇ ਆ ਕਿ ਪਹਿਲਾਂ ਦੇਖੋ ਪਹਿਲਾਂ ਕਨਵੈਕਸ ਲੈਂਸ ਤੋਂ ਦੂਰੀ ਕਿੰਨੀ ਸੀ, ਇਹ ਵਾਲੀ ਸੀ, ਹੁਣ ਕਿੰਨੀ ਹੋ ਗਈ, ਹੁਣ ਘਟ ਗਈ, ਮਤਲਬ ਫੋਕਸ ਦੀ ਤੇ ਲੈਂਸ ਦੀ ਦੂਰੀ ਘਟ ਗਈ, ਮਤਲਬ ਸ਼ਾਰਟ ਹੋ ਗਈ। ਇਸ ਕਰਕੇ ਅਸੀਂ ਇਹਨੂੰ ਕਹਿੰਦੇ ਆ ਸ਼ਾਰਟ ਸਾਈਟਿਡਨੈਸ। ਸੋ ਇਸ ਚੀਜ਼ ਦਾ ਵੀ ਤੁਸੀਂ ਸਪੈਸ਼ਲ ਧਿਆਨ ਰੱਖਣਾ ਕਿ ਇਹਨੂੰ ਸ਼ਾਰਟ ਸਾਈਟਿਡਨੈਸ ਕਿਉਂ ਕਹਿੰਦੇ ਆ। ਹੁਣ ਅਸੀਂ ਨੈਕਸਟ ਇਫੈਕਟ ਦੇਖਾਂਗੇ ਜਿਸ ਨੂੰ ਅਸੀਂ ਕੀ ਬੋਲਦੇ ਆ, ਹਾਈਪਰਮੈਟਰੋਪੀਆ। ਜਾਂ ਅਸੀਂ ਕੀ ਬੋਲਦੇ ਆ, ਹਾਈਪਰਮੈਟਰੋਪੀਆ ਦੇ ਵਿੱਚ ਕੀ ਆ ਕਿ ਜਿਹੜੀਆਂ ਦੂਰ ਪਈਆਂ ਚੀਜ਼ਾਂ ਵਾ ਉਹ ਤੇ ਸਾਨੂੰ ਕਲੀਅਰ ਨਜ਼ਰ ਆਉਂਦੀਆਂ ਵਾ, ਪਰ ਜਿਹੜੀਆਂ ਸਾਡੇ ਲਾਗੇ ਪਈਆਂ ਹੁੰਦੀਆਂ ਵਾ ਉਹ ਸਾਨੂੰ ਕਲੀਅਰਲੀ ਨਜ਼ਰ ਨਹੀਂ ਆਉਂਦੀਆਂ। ਇਹਦੇ ਅਸੀਂ ਦੋ ਕਾਰਨ ਮੰਨਦੇ ਆ। ਅਸੀਂ ਕਹਿੰਦੇ ਆ ਕਿ ਕੌਜ਼ ਕੀ, ਜੇਕਰ ਅਸੀਂ ਇਹਦੀ ਗੱਲ ਕਰੀਏ ਕਿ ਅਜਿਹਾ ਕਿਉਂ ਹੁੰਦਾ ਵਾ, ਇਹਦੇ ਵਿੱਚ ਪਹਿਲੀ ਗੱਲ ਇਹ ਕਹੀ ਜਾਂਦੀ ਆ ਕਿ ਜਿਹੜਾ ਸਾਡਾ ਆਈ ਲੈਂਸ ਆ ਇਹਦਾ ਕੀ ਆ, ਇਹਦਾ ਸਾਈਜ਼ ਸਮਾਲ ਹੋ ਗਿਆ, ਮਤਲਬ ਲੈਂਸ ਸਾਈਜ਼ ਸਮਾਲ। ਤੇ ਦੂਸਰਾ ਰੀਜ਼ਨ ਇਹ ਮੰਨਿਆ ਜਾਂਦਾ ਵਾ ਕਿ ਸਾਡੀ ਆਈਬੋਲ ਜਿਹੜੀ ਆ ਉਹ ਕੀ ਹੋ ਗਿਆ, ਘਟ ਗਈ, ਡਿਕਰੀਜ਼ ਹੋ ਗਈ, ਉਹਦਾ ਸਾਈਜ਼ ਘਟ ਗਿਆ। ਆਈਬੋਲ ਸਾਈਜ਼ ਡਿਕਰੀਜ਼, ਇਹ ਅਸੀਂ ਦੋ ਕਾਰਨ ਲਿਖੇ ਆ। ਜਿਵੇਂ ਪਹਿਲੇ ਦੇ ਵਿੱਚ ਲਿਖਿਆ ਵਾ ਕਿ ਸਾਡਾ ਜਿਹੜਾ ਲੈਂਸ ਆ ਉਹ ਪਤਲਾ ਹੋ ਗਿਆ,
दूसरा ਅਸੀਂ ਲਿਖਿਆ ਵਾ ਕਿ ਸਾਡੀ ਜਿਹੜੀ ਆਈਬॉल ਆ ਉਹਦਾ ਸਾਈਜ਼ ਘਟ ਗਿਆ। ਹੁਣ ਦੇਖੋ ਜੇਕਰ ਅਸੀਂ ਗੱਲ ਕਰੀਏ ਕਿ ਲੈਂਸ ਦਾ ਜਿਹੜਾ ਸਾਈਜ਼ ਘਟ ਗਿਆ ਤੇ ਲੈਂਸ ਦੇ ਸਾਈਜ਼ ਘਟਣ ਦੇ ਨਾਲ ਕੀ ਹੋਏਗਾ, ਲੈਂਸ ਦੇ ਸਾਈਜ਼ ਘਟਣ ਦੇ ਨਾਲ ਸਾਨੂੰ ਪਤਾ ਹੈ ਫੋਕਲ ਲੈਂਥ ਵੱਧ ਜਾਂਦੀ ਹੈ। ਕਿਵੇਂ ਵੱਧ ਜਾਂਦੀ ਹੈ, ਜਿਵੇਂ ਦੇਖੋ ਇਹ ਇੱਕ ਕਨਵੈਕਸ ਲੈਂਸ ਆ ਤੇ ਇੱਥੇ ਮੈਂ ਕੀ ਕਰਦਾ ਵਾਂ, ਇਸੇ ਕਨਵੈਕਸ ਲੈਂਸ ਨੂੰ ਪਤਲਾ ਕਰ ਲੈਣਾ ਇਸ ਤਰੀਕੇ ਨਾਲ। ਹੁਣ ਇਧਰੋਂ ਇਨਸੀਡੈਂਟ ਰੇ ਆਈ ਤੇ ਇਹਨੇ ਮੰਨ ਲਓ ਇੱਥੇ ਮਿਲਾਤਾ, ਇਹ ਦੂਰੀ ਕਿੰਨੀ ਆ, ਮੰਨ ਲਓ 5 ਸੈਂਟੀਮੀਟਰ। ਹੁਣ ਇਹ ਲੈਂਸ ਕੀ ਹੋ ਗਿਆ, ਪਤਲਾ ਹੋ ਗਿਆ। ਪਤਲਾ ਹੋ ਕੇ ਇਧਰੋਂ ਇਨਸੀਡੈਂਟ ਰੇ ਆਈ ਤੇ ਹੁਣ ਕੀ ਹੋਏਗਾ, ਫੋਕਲ ਲੈਂਥ ਕੀ ਆ, ਵੱਧ ਜਾਏਗੀ।